बता दें कि सीपी सिद्धू मर्डर केस में बड़ी खबर सामने आ रही है। इस केस में आरोपी कल्याणी की रिमांड बढ़ी है। मोहाली कोर्ट ने 2 दिन की और रिमांड बढ़ाई है। आपको बता दें कि 4 दिन की रिमांड खत्म होने के बाद आज के कोर्ट में पेशी हुई थी और सीबीआई ने 7 दिन का रिमांड मांगा था। तो आरोपी कल्याणी की यहां पर रिमांड बढ़ी है। मोहाली कोर्ट ने 2 दिन की और रिमांड यहां पर बढ़ाई है। आपको बता दें कि सीबीआई ने यहां पर 7 दिन का रिमांड मांगा था। 4 दिन की रिमांड खत्म होने के बाद यहां पर कोर्ट में पेशी हुई थी, जहां आरोपी कल्याणी की रिमांड बढ़ा दी गई है और मोहाली कोर्ट ने 2 दिन तक ये रिमांड बढ़ाई है। और इस खबर का जायजा हमारे संवाददाता मनोज राठी ने लिया। 20 सितंबर 2015 ਨੂੰ ਹੋਏ ਸੀਪੀ ਮਰਡਰ ਮਾਮਲੇ 'ਚ ਹੁਣ ਸੀਬੀਆਈ ਨੇ ਜਿਹੜੀ ਕਲਿਆਣੀ ਨੂੰ ਗ੍ਰਿਫਤਾਰ ਕੀਤਾ ਹੈ ਤੇ ਅੱਜ 4 ਦਿਨ ਦੇ ਰਿਮਾਂਡ ਤੋਂ ਬਾਅਦ ਦੁਬਾਰਾ ਤੋਂ ਕਲਿਆਣੀ ਨੂੰ ਕੋਰਟ 'ਚ ਪੇਸ਼ ਕੀਤਾ ਗਿਆ। ਤਸਵੀਰਾਂ ਤੁਸੀਂ ਵੇਖ ਰਹੇ ਹੋ। ਸੀਬੀਆਈ ਵੱਲੋਂ 7 ਦਿਨ ਦਾ ਹੋਰ ਰਿਮਾਂਡ ਮੰਗਿਆ ਸੀਗਾ, ਲੇਕਿਨ 2 ਦਿਨ ਦਾ ਰਿਮਾਂਡ ਜਿਹੜਾ ਹੈ ਉਹ ਮਿਲਿਆ ਹੈ ਤੇ ਫੋਰੈਂਸਿਕ ਸਾਈਕੋਲੋਜਿਸਟ ਦੇ ਸਾਹਮਣੇ ਬਿਠਾ ਕਰ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾਏਗੀ। ਹਾਲਾਂਕਿ ਸੀਬੀਆਈ ਵੱਲੋਂ ਕਈ ਚੀਜ਼ਾਂ ਰੱਖੀ ਗਈਆਂ, ਕਈ ਜਿਹੜੇ ਹੈਗੇ ਪੱਖ ਰੱਖੇ ਗਏ ਹੈ। ਜਿਹੜੇ ਐਕਿਊਜ਼ ਨੇ ਉਹਨਾਂ ਦੇ ਵੱਲੋਂ ਵੀ ਜਿਹੜੇ ਕਈ ਪੱਖ ਰੱਖੇ ਗਏ, ਕਈ ਚੀਜ਼ਾਂ ਜਿਹੜੀ ਰੱਖੀ ਗਈਆਂ ਤੇ ਉਹਨਾਂ ਦੇ ਨਾਲ ਨਾਲ ਹੁਣ ਕਈ ਜਿਹੜੇ ਹੈਗੇ ਉਹ ਚੀਜ਼ਾਂ ਰੱਖੀ ਗਈਆਂ। ਤੁਸੀਂ ਦੇਖ ਸਕਦੇ ਹੋ ਕਿ ਕਲਿਆਣੀ ਜਿਹੜੇ ਹੈ ਉਹਨਾਂ ਨੂੰ ਅੱਜ ਪੇਸ਼ ਕੀਤਾ ਗਿਆ। ਸੀਬੀਆਈ ਨੇ पेश किया तो कई चीज़ा जड़ियाँ खुल के, हालांकि इन्हों के जोड़े वकील ने उन्होंने वालों भी कई चीज़ा रखी गई हैं कि जोड़ा है उन्होंने फसान की कोशिश की जा रही है। लेकिन दूजे पासे सीबीआई ने 7 दिनों का जोड़ा रिमांड मंगया सीगा, कई प्रूफ जोड़े हैं इकट्ठे किए गए थे तो अज इन्हों पेश किया गया। तस्वीरां तुसीं वेख सकते हो, एक्सक्लूसिव तस्वीरां तुसीं वेख रहे हो कि जिहड़ा इन्हों पेश किया गया है। तो सर तो एडवोकेट भी साडे नाल वो भी जुड़नगे, उन्हां नाल भी गल करदे। इन्हां दा साहब अज इन्हों पेश किया गया, किस तरह की चीज़ां रखी गई? नहीं जी, वो असी ये कहा कि भी 4 दिन का 5 दिन का अगे पुलिस रिमांड 4 दिन का तुसीं ऑलरेडी लै चुके हो, ਉਹਦੇ ਚ ਕੀ ਇਨਵੈਸਟੀਗੇਸ਼ਨ ਕਰੀ ਹੈ। ਇਹ ਕਹਿੰਦੇ ਇਹਨਾਂ ਨੇ ਕਿਹਾ ਕਿ ਜੀ ਵੀ ਇਹ ਨੋ ਕੋਆਪਰੇਟ ਨਹੀਂ ਕਰ ਰਹੇ। ਅਸੀਂ ਕਿਹਾ ਜੀ ਕੋਆਪਰੇਟ ਦਾ ਮਤਲਬ ਡਜ਼ ਨਾਟ ਮੀਨ ਕਿ ਤੁਸੀਂ ਇਹ ਕਹਾਵੋ ਇੱਕ ਬੰਦੇ ਕੋਲੋਂ ਕਿ ਤੁਸੀਂ ਸਾਡੇ ਕੋਲ ਕਨਫੈਸ਼ਨ ਕਰੋ। ਅਸੀਂ ਇਸ ਗੱਲ ਤੋਂ ਬਹਿਸ ਕਰੀ ਤੀ ਇਸ ਗੱਲ ਦੀ ਕਿ ਜੀ ਕੋਈ ਜਸਟੀਫਾਈ ਨਹੀਂ ਹੈ ਰਿਮਾਂਡ ਦੇਣਾ, ਪਰ ਕੋਰਟ ਨੇ ਹੁਣ ਆਰਡਰਸ ਕਰਤੇ ਹੈ ਜੀ ਪਰਸੋਂ ਦੇ 21 ਤਰੀਕ ਤੱਕ ਦੇ। ਫੋਰੈਂਸਿਕ ਸਾਈਕੋਲੋਜਿਸਟ ਦੇ ਸਾਹਮਣੇ ਹਾਂ, ਇਹ ਕਹਿੰਦੇ ਆ ਜੀ ਜੋ ਇਹਨਾਂ ਦਾ ਗਰਾਊਂਡ ਹੈ। ਅੱਗੇ ਇੱਕ ਟੈਸਟ ਆਲਰੇਡੀ ਹੋ ਚੁੱਕਿਆ ਜੀ, ਵੈਸੇ ਉਹ ਪੋਲੀਗ੍ਰਾਫਿਕ ਟੈਸਟ ਹੋ ਚੁੱਕਿਆ ਹੈ। ਇਹ ਵੀ ਕਹਿੰਦੀ ਨਜ਼ਰ ਆ ਰਹੀ ਸੀਬੀਆਈ ਕਿ ਕਿਸ ਤਰ੍ਹਾਂ ਦੀ ਕੋਈ ਸਹਿਯੋਗ ਨਹੀਂ ਕਰ ਰਹੀ ਹੈ। ਸਰ ਅਸੀਂ ਆਲਵੇਜ਼ ਦੇਖਦੇ ਹਾਂ, ਜੋ ਅਸੀਂ ਜਿੰਨੀ ਮੇਰੀ ਪ੍ਰੈਕਟਿਸ ਹੈ ਉਹਦੇ ਚ ਅਸੀਂ ਇਹ ਦੇਖਦੇ ਹਾਂ ਕਿ ਏਜੰਸੀ ਆਲਵੇਜ਼ ਇਹੀ ਕਹੇਗੀ, ਇਨਵੈਸਟੀਗੇਟਿੰਗ ਏਜੰਸੀ, ਕਿ ਜੀ ਸਾਨੂੰ ਕੋਆਪਰੇਟ ਨਹੀਂ ਕਰਦੇ। ਅਸੀਂ ਬਾਕੀ ਕੇਸਿਸ ਵੀ ਦੇਖਦੇ ਹਾਂ, ਇਸ ਚ ਨਹੀਂ ਹੈ। ਇਹੀ ਹੁੰਦਾ ਕਿ ਤੁਸੀਂ ਕਿਸੇ ਬੰਦੇ ਨੂੰ ਕੰਪੈਲ ਤਾਂ ਕਰ ਸਕਦੇ, ਜਿੰਨੇ ਕੋ ਉਹਨੂੰ ਫੈਕਟਸ ਹੁੰਦੇ ਆ ਉਹਨੇ ਫੈਕਟਸ ਆਪਣੇ ਦੱਸਦੇ ਆ। ਵੀ ਕੋਈ 4 ਦਿਨਾਂ ਚ ਕੁਝ ਖਾਸ ਪੁੱਛਗਿੱਛ ਜਾਂ ਕੋਈ ਰਿਕਵਰੀ? ਰਿਕਵਰੀ ਜੀ ਉਹਨਾਂ ਨੇ ਸਬਮਿਟ ਕੀਤਾ ਜੀ, ਕਿਆ ਅਸੀਂ ਡਾਕੂਮੈਂਟਸ ਉਹ ਅਸੀਂ ਦੇਖੇ ਨਹੀਂ ਹੈ। ਕੋਰਟ ਨੇ ਉਹਨਾਂ ਕੋਲੋਂ ਮੰਗੇ ਤੇ ਕਿ ਜੀ ਤੁਸੀਂ ਦੱਸੋ ਸਾਨੂੰ ਕੀ ਇਨਵੈਸਟੀਗੇਟ ਕਰਿਆ। ਉਹ ਕੋਰਟ ਨੂੰ ਪਤਾ ਹੈ ਜੀ। ਆ ਜੋ ਦੀ ਡਾਕੂਮੈਂਟਸ ਵਿੱਚ ਦੀ ਇਹਨਾਂ ਨੇ ਸਬਮਿਟ ਕੀਤੇ ਹੈ ਪਬਲਿਕ ਪ੍ਰੋਸੀਕਿਊਟਰ ਨੇ। ਤੇ ਉਹਨਾਂ ਦੇ ਮਦਰ ਜੀਪੀ ਸਿੱਧੂ ਦੇ ਜੀਪੀ ਖੁਦ ਵੀ ਜਿਹੜੇ ਨਾਲ ਨੇ। ਭਾਜੀ ਅੱਜ ਪੇਸ਼ ਕੀਤਾ ਗਿਆ, ਤੁਸੀਂ ਵੀ ਨਾਲ ਹੀ ਸੀਗੇ, ਮਦਰ ਵੀ ਨਾਲ। ਸਭ ਤੋਂ ਪਹਿਲਾਂ ਜੀ ਵੀ ਆਰ ਰੀਅਲੀ ਵੈਰੀ ਥੈਂਕਫੁਲ ਟੂ ਦ ਜੁਡੀਸ਼ਰੀ। ਮੈਂ ਇੱਕ ਹੋਰ ਐਡਵੋਕੇਟਸ ਨੂੰ ਵੀ ਰਿਕੁਐਸਟ ਕਰਨਾ ਚਾਹੂੰਗਾ, ਜਿੰਨੇ ਵੀ ਲੀਗਲ ਫਰਟਰਨਿਟੀ ਹੈ, ਭਾਈ ਮਰਡਰਰ ਹੈ ਉਹ, ਤੁਸੀਂ ਉਹਦੇ ਨਾਲ ਖੜੇ ਹੋ। ਆਈ ਮੀਨ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਬਿਕੋਜ਼ ਤਾਂ ਹੀ ਖੜੇ ਹੋ ਬਿਕੋਜ਼ ਮੇਰੇ ਫਾਦਰ ਸਾਹਿਬ ਹੈ ਨਹੀਂ ਤੇ ਮੇਰੇ ਕੋਈ ਹੈ ਨਹੀਂ। ਚਲੋ ਮੈਂ ਵੀ ਖੁਦ ਐਡਵੋਕੇਟ ਹਾਂ, ਬਟ ਬੀਇੰਗ ਜਸਟ ਜੇ ਜੱਜ ਦੀ ਕੁੜੀ ਹੈ ਤਾਂ ਕਿਸੇ ਦਾ ਮਰਡਰ ਕਰਦੀ ਫਿਰੂਗੀ ਆਹ। ਚਲੋ ਮੈਂ ਲੀਗਲ ਪੁਆਇੰਟ ਤੇ ਗੱਲ ਕਰ ਰਿਹਾ ਜੀ, ਤੇ ਇਹਨਾਂ ਨੇ 2 ਦਿਨ ਦਾ ਰਿਮਾਂਡ ਹੋਰ ਐਕਸਟੈਂਡ ਕਰ ਦਿੱਤਾ। ਕਈ ਚੀਜ਼ਾਂ ਖੁਲਾਸੇ ਕੋਈ ਸਾਹਮਣੇ ਆਏ। ਇਹ ਬੋਲੇ ਸੀਗੇ ਵੀ ਪਤਾ ਨਹੀਂ ਸੀਬੀਆਈ ਇਹਨਾਂ ਦੀ ਸਾਈਡ ਕਰ ਰਹੀ ਹੈ, ਕੁੜੀ ਨੂੰ ਕਿਉਂ ਫੜ ਰਹੀ ਹੈ। ਮੈਂ ਕਿਹੜੀ ਨੌਕਰੀ ਤੇ, ਮੈਂ ਕੋਈ ਜੱਜ ਨਹੀਂ, ਕੋਈ ਵਕੀਲ ਨਹੀਂ, ਕੋਈ ਮਿਨਿਸਟਰ ਨਹੀਂ। सीबीआई मेरा क्यों फेवर करूगी, जज हाई कोर्ट का फेवर करूगी। जिहदे नाल 50 वकील अज आए सी, मैं कल्ली आई सीगी, मैं ते मेरा पुत्त आए सीगे दोनों। साडे नाल एक वकील नहीं आया। तुसीं देख लो सारे जाने कित्थे साडे नाल कोई एडवोकेट है। ਅਸੀਂ ਐਜ਼ ਅ ਕੰਪਲੇਨੈਂਟ ਅਪੀਅਰ ਹੋਏ ਆ, ਵੀ ਆਰ ਨਾਟ ਅਪੀਅਰ, ਮਤਲਬ ਕਿ ਚਲੋ ਮੈਂ ਕੰਪਲੇਨੈਂਟ ਹਾਂ ਆਲਦੋ ਆਈ ਐਮ ਐਡਵੋਕੇਟ। ਬੇਟੇ ਅਸੀਂ ਸੱਚ ਤੇ ਖੜੇ ਆ, ਸੱਚ ਹਮੇਸ਼ਾ ਇਕੱਲਾ ਹੁੰਦਾ। ਤੁਸੀਂ ਕਦੇ ਨੋਟ ਕਰੋ, 100 ਝੂਠੇ ਮਿਲ ਕੇ ਵੀ ਇੱਕ ਸੱਚ ਨਹੀਂ ਬਣਾ ਸਕਦੇ। ਜਿਹੜੀ ਉਹ 100 ਝੂਠੇ ਇਕੱਠੇ ਹੋਏ ਸੀ, ਅੱਜ ਮੈਂ ਇਕੱਲੀ ਆ। ਉਹਦੀ ਪੂਰੀ ਫੈਮਿਲੀ ਨਾਲ ਸੀ, ਉਹਦੇ ਨਾਲ 50 ਵਕੀਲ ਸੀਗੇ। ਮੈਂ ਇੱਕ ਸੱਚ ਤੇ ਖੜੀ ਆ। ਮੈਂ ਅੱਜ ਵੀ ਕਹਿਣੀ ਆ, ਉਹਨਾਂ ਨੇ ਤਾਂ ਝੂਠ ਕਹਿਤਾ ਵੀ ਉਹਦੀ ਮੰਮੀ ਉਹਨੂੰ ਪਤਾ ਨਹੀਂ ਬੋਲ ਕੇ ਗਈ ਗਲਤ। ਮੈਂ ਤਾਂ ਉਹਨੂੰ ਕਿਹਾ, ਮੈਂ ਕਿਹਾ ਕਲਿਆਣੀ ਤੂੰ ਸਾਡੇ ਘਰ ਆਈ ਸੀ,
ਉਹ ਤਾਂ ਝੂਠ ਬਣਾਉਣਗੇ। ਤੁਹਾਨੂੰ ਪਤਾ ਵੀ ਕੀ ਕੰਮ ਹੁੰਦਾ ਵਕੀਲਾਂ ਦਾ, ਸੱਚ ਨੂੰ ਝੂਠ, ਝੂਠ ਨੂੰ ਸੱਚ ਬਣਾਉਣਾ। ਮੈਨੂੰ ਪਤਾ ਵੀ ਮੇਰੇ ਪੁੱਤ ਦਾ ਮਰਡਰ ਉਹਨੇ ਕੀਤਾ, ਇਹ ਤਾਂ ਹੈਗੀ ਪੱਕਾ। ਇਹ ਆਪੇ ਦੱਸੇ ਕੌਣ ਆ, ਕਿਹਨੂੰ ਨਾਲ ਲੈ ਕੇ ਆਈ ਸੀ, ਉਹ ਇਹਨੂੰ ਪਤਾ। ਉਹ ਪਾਗਲ ਨਹੀਂ ਸੀਬੀਆਈ ਵਾਲਿਆਂ ਦਾ। ਮੈਂ ਕੁਝ ਦੇਣਾ ਨਹੀਂਗਾ, ਮੈਂ ਕੋਈ ਜੱਜ ਨਹੀਂ, ਵਕੀਲ ਨਹੀਂ, ਮਿਨਿਸਟਰ ਨਹੀਂ ਗੀ। ਤੁਸੀਂ ਸਭ ਜੋ ਵੀ ਹੈ ਕਲਿਆਣੀ ਦਾ ਕੀਤਾ ਹੋਇਆ ਇਹੀ ਦੱਸੂਗੀ। ਮੈਂ ਤਾਂ ਕਹਿੰਦੀ 7 ਦਿਨ ਦਾ ਰਿਮਾਂਡ ਵੀ ਘੱਟ ਹੈ ਇਹਦੇ ਵਾਸਤੇ, ਇਹਨੂੰ ਵੱਧ ਦੇਣਾ ਚਾਹੀਦਾ। ਉਹਦੇ ਨਾਲ ਤਾਂ 50 ਬੰਦੇ ਸੀਗੇ। ਹਾਂਜੀ ਭਾਜੀ 2 ਦਿਨ ਦਾ ਰਿਮਾਂਡ ਚ ਕਿਹਾ ਗਿਆ, ਫੋਰੈਂਸਿਕ ਜਿਹੜੀ ਸਾਈਕੋਲੋਜਿਸਟ ਦੀ ਗੱਲ ਕੀਤੀ ਗਈ। ਬਿਲਕੁਲ ਜੀ ਬਿਲਕੁਲ, ਸਾਰਾ ਕੁਝ ਦੇਖਣਗੇ ਹੁਣ ਤੇ 2 ਦਿਨ ਦਾ ਮਿਲ ਗਿਆ ਰਿਮਾਂਡ। ਸੋ ਲੈਟਸ ਸੀ। ਐਂਡ ਦੂਜੀ ਗੱਲ ਆ, ਇਹਨਾਂ ਦੇ ਵਕੀਲ ਸਾਹਿਬ ਕਹਿ ਰਹੇ ਸੀਗੇ ਕਿ ਕਨਫੈਸ ਕਰਵਾਉਣਗੇ। ਕਨਫੈਸ ਕੀ ਕਰਾਉਣਗੇ? ਸ਼ੀ ਹਰਸੈਲਫ ਇਜ਼ ਇਨਵੋਲਵਡ। ਉਹ ਤਾਂ ਦੂਜਾ ਬੰਦਾ ਦੇਖਣਾ ਜਿਹੜਾ ਐਗਜ਼ੀਕਿਊਟਰ ਆ ਵੀ ਹੈ, ਇਹਨੇ ਵੀ ਫਾਇਰ ਮਾਰੇ ਹੈ। ਵੀ ਡੋਨਟ ਨੋ, ਹੁਣ ਦੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ। ਆ ਤਾਂ ਹੈਗੀ ਹੈ, ਆ ਤਾਂ ਹੁਣ ਅਸੀਂ ਆ ਤਾਂ ਇਹਨਾਂ ਨੂੰ ਕਨਫੈਸ ਕੀ ਕਰਾਉਣਾ, ਆ ਤਾਂ ਆਪ ਹੈ, ਆ ਇਨਵੋਲਵਡ ਹੈ। ਸ਼ੀ ਸ਼ॉट ਦ ਫਾਇਰਸ। ਵੀ ਡੋਨਟ ਨੋ, ਲੈਟ them ਇਨਵੈਸਟੀਗੇਟ। ਹਾਂਜੀ ਤਾਂ ਸਿੱਪੀ ਮਰਡਰ ਮਾਮਲੇ 'ਚ ਅੱਜ ਜਿਹੜੀ ਪੇਸ਼ੀ ਹੋਈ ਹੈ ਕਲਿਆਣੀ ਦੀ, 7 ਦਿਨਾਂ ਦਾ ਰਿਮਾਂਡ ਮੰਗਿਆ ਸੀਗਾ, 2 ਦਿਨ ਦਾ ਰਿਮਾਂਡ ਮਿਲਿਆ। ਹਾਲਾਂਕਿ ਉਹਨਾਂ ਦੇ ਵਕੀਲ ਵੱਲੋਂ ਕਿਹਾ ਗਿਆ ਹੈ ਕਿ ਇਹ ਜਿਹੜੀ ਕਈ ਚੀਜ਼ਾਂ ਜਿਹੜੀਆਂ ਉਹ ਪ੍ਰੋਡਿਊਸ ਨਹੀਂ ਕਰ ਪਾਏ। ਹਾਲਾਂਕਿ ਇਹ ਹਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਰਿਕਵਰੀ ਨਹੀਂ ਹੋਈ ਹੈ। ਹਾਲਾਂਕਿ ਡਾਕੂਮੈਂਟ ਜਿਹੜੇ ਸਬਮਿਟ ਜ਼ਰੂਰ ਕੀਤੇ ਹਨ, ਲੇਕਿਨ ਹੁਣ 2 ਦਿਨਾਂ ਦੇ ਰਿਮਾਂਡ 'ਚ ਕਈ ਚੀਜ਼ਾਂ ਜਿਹੜੀਆਂ ਉਹ ਨਿਕਲ ਕਰ ਸਾਹਮਣੇ ਆਣਗੀ। ਫੋਰੈਂਸਿਕ ਸਾਈਕੋਲੋਜਿਸਟ ਦੀ ਗੱਲ ਕੀਤੀ, ਉਹਨੇ ਸਾਹਮਣੇ ਬਿਠਾ ਕੇ ਜਿਹੜੀ ਪੁੱਛਗਿੱਛ ਕੀਤੀ ਜਾਏਗੀ। ਤੇ ਹਾਲਾਂਕਿ ਇਹ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਬੀਨਾ ਕਲਿਆਣੀ ਜਿਹੜੀ ਹੈਗੀ ਉਹ ਕਿਤੇ ਨਾ ਕਿਤੇ ਕੋਆਪਰੇਟ ਨਹੀਂ ਕਰਦੀ ਨਜ਼ਰ ਆ ਰਹੀ। ਚੰਡੀਗढ़ ਤੋਂ ਕੈਮਰਾਮੈਨ सनमप्रीत सिंह नाल मनोज राठी, न्यूज़ 18 पंजाब। और वहीं आम आदमी पार्टी ने अग्निपथ योजना को युवाओं के भविष्य से खिलवाड़ बताया है। हिमाचल आप अध्यक्ष सुरजीत ठाकुर ने कहा कि कृषि कानूनों की तरह इस योजना को भी केंद्र को वापस लेना होगा। पार्टी तब तक इस योजना का विरोध करती रहेगी जब तक बीजेपी सरकार इसे वापस नहीं ले लेती। हिमाचल प्रदेश के युवाओं के साथ ही नहीं, केवल पूरे हिंदुस्तान के लोगों के साथ ये एक छलावा है। यहाँ बेरोजगारी पहले ही इतनी चरम पर है, पर जो ये अपनी भाजपा सरकार इस तरह की योजना लाकर हिंदुस्तान में हमारी सुरक्षा मुद्दों के साथ छेड़छाड़ कर रही है, इनका सीधा सीधा मकसद सामने नज़र आ रहा है। इनकी ये जो योजना है ये देश की सुरक्षा के साथ एक बहुत बड़ा खिलवाड़ है। मैं आपको बताना चाह रहा हूँ कि जब 4 साल के लिए इन्होंने ये जो उम्र का इसमें दिया है, 17 साल का युवा अभी उसकी पढ़ाई भी पूरी नहीं हुई है, अगर वो आर्मी में चला जाएगा तो कैसे उसकी पढ़ाई पूरी होगी। 17 साल के बाद ये बता रहे कि 4 साल के बाद वो रिटायर भी हो जाएगा। 21 साल की उम्र में जब वो वापस आएगा, पहला तो प्रश्न मेरा ये है सरकार से कि वो अपनी पढ़ाई पूरी कैसे करेगा। सबसे ज्यादा जो युवा भर्ती होते हैं वो हिमाचल प्रदेश सबसे ज्यादा आर्मी के लिए पर्सन देने वाला है। ये मैं आपके माध्यम से, प्रेस के माध्यम से बताना चाहता हूँ इस सरकार को कि ये इस तरीके का जो छलावा किया जा रहा है इसको बंद किया जाए और जितना जल्दी हो सके ये वापस लिया जाए। और पटना से इस समय की सबसे बड़ी खबर सामने आ रही है। आपको बता दें कि विमान की सुरक्षित लैंडिंग यहां पर करवाई गई है। तो पटना से इस वक्त की बड़ी खबर आपको बता दें कि पटना से दिल्ली के लिए उड़े विमान के इंजन में आग लग गई थी, लेकिन विमान की सुरक्षित लैंडिंग यहां पर करवाई गई है। स्पाइस जेट के विमान के इंजन में यहां पर आग लगी थी और विमान में 185 यात्री सवार थे। सभी सुरक्षित सभी को सुरक्षित लैंडिंग यहां पर करवा दी गई है। पायलट की सूझबूझ से प्लेन को तुरंत पटना एयरपोर्ट पर लैंड करवा लिया गया। तस्वीरें आप अपनी टीवी स्क्रीन पर देख रहे हैं और कि ये पटना एयरपोर्ट की एक खबर है जहां पर एक विमान में के इंजन में आग लग गई। हालांकि विमान की सुरक्षित लैंडिंग है जो वो यहां पर करवा दी गई थी। स्पाइस जेट के विमान के इंजन में आग लग चुकी थी, लेकिन पायलट की सूझबूझ की वजह से जो विमान था उसकी सुरक्षित लैंडिंग यहां पर करवाई गई। थोड़ा फरफराने लगा, फरफराने के बाद में हमने देखे कि भाई ऊपर में काहे फरफरा रहा है, मगर इतने में मैंने यथी घुमा लिए। घुमैला के बाद जब उतार दिए हैं
तो मैंने मालूम हुआ था आग धलिया है। ना डर भय किसी के नहीं, कोई सच नहीं है। पता ऐसे चला क्योंकि कुछ लोग बहुत पैनिक कर गए थे, वो लोग चिल्लाने लगे थे कि स्पार्क्स हो रहे हैं, फायर हो रहे हैं। वैसे पता चला, हमें पहले विश्वास नहीं हुआ था कि सच में कुछ है। मुझे लगा शायद लोग ऐसे ही थोड़ा सा घबरा गए हैं, लेकिन फिर जब अनाउंसमेंट हुई कि हम लोग अभी रिटर्न कर रहे हैं, तब लगा कि हाँ सच में किसी को चोट वगैरह तो नहीं आई है ना? नहीं, किसी को चोट नहीं लगी। लैंडिंग के टाइम पे मतलब उस टाइम बोला गया प्लेन वापस जा रहा है, एंड लैंडिंग भी प्रॉपर नहीं हुई थी। लैंडिंग भी काफी टर्बुलेंट लैंडिंग थी। मदद की गई प्लेन में क्रूज की तरफ से कुछ? यार जब ये इशू हो रहा था उस टाइम पे तो मतलब नोबडी वाज देयर, राइट, क्योंकि ऑब्वियसली पैनिक होते और लोगों को पता चलता तो जी। बट उसके बाद बताया गया प्लेन स्टेबलाइज, उसके बाद बताया गया कि वो वापस जा रहा है एयरपोर्ट की तरफ, एंड फिर प्लेन स्टार्ट हुई, उड़ने लगी। उसके बाद बाएं तरफ पंखी में आवाज आने लगी, घर 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 काफी। उसका लोग का ध्यान उधर गया तो फिर देखा गया कि वो स्पार्क कर रहा है। लोगों ने इमरजेंसी बजाया, उसके बाद टॉप की लेफ्ट साइड से जो गोल वाला जिसमें पंखा है, उससे पीछे की तरफ बहुत तेज बड़ा बड़ा आग का गोला जैसा चिंगारी चलने लगा, जो हम लोग तुरंत केविन को इन्फॉर्म किए और उसके बाद फिर वो इन्फॉर्म किया, उसके बाद उसको इमरजेंसी लैंडिंग कराया गया। और यहाँ रुकेंगे एक छोटे से ब्रेक के लिए।